प्यारे विद्यार्थियों, तुहाडा इस दूजी क्लास दे विच बहुत बहुत स्वागत है। आओ आपां अगली कैटागरी दे इंग्लिश बेसिक वर्ड्स स्टडी करते हाँ। अगली ते चौथी कैटागरी है हैल्पिंग वर्ब नाल संबंधित। हैल्पिंग वर्ब नाल संबंधित साडे कोलों वर्ड हन इज, एम, आ, was, वो, has, have, had, shall, will। तो प्यारे विद्यार्थियों, बड़े सौखे सौखे शब्द ने, पर फिर भी एक बारी आपां दोहराई कर लेंदे हां। पहला वर्ड है इज। इज इसका अर्थ जो आपां अंग्रेजी तो पंजाबी करते हाँ तो साडे कोलों इस दा अर्थ निकलता है। पर याद रखियो, हर पंजाबी दे है दा अर्थ इज नहीं है। इस दा अर्थ तो है पर हर है दा अर्थ इज नहीं है। तो जिवें आपां आम ही शब्द वरतदे हाँ, दिस इज अ चेयर, दिस इज अ टेबल, दिस इज अ मार्कर। तो इस दा अर्थ की निकलता है। जो तो पंजाबी करके देखो, ए एक कुर्सी है, तो इसका अर्थ की निकलिया इत्थे है। पर पंजाबी दे विच किसी होर वाक दे विच है शब्द हैगा, उहदी अंग्रेजी बनाउण लग्गिया हर बार इज नहीं लगता। कई बार तो लगता, कई बार नहीं लगता। नेक्स्ट है जी साडे कोलों वर्ड है एम। एम आम ही प्रयोग करते हाँ, अर्थ निकलता है हाँ। ये आए दे नाल ही प्रयोग हुंदा है, होर किते नहीं। तो जिवें आपां कहंदे हाँ आई एम अ स्टूडेंट, मैं विद्यार्थी हाँ। मैं विद्यार्थी हाँ। तो एम जिहड़ा हैगा उहदा अर्थ की निकलिया हाँ। ये किहदे संबंध में लगता है? मैं दे। तो कहण दा भाव आए दे नाल ही एम दा प्रयोग आपां करदे हां। नेक्स्ट है जी आ। तो आर र पूरा नहीं प्रोनाउंस होंदा, आर। तो यह जे पंजाबी च अर्थ करते हाँ तो हन है, पर हर हन का अर्थ आर नहीं है। तो तुसी बहुत सारे वाक्य बना सकते हो, जिवें दीज आर बिग ट्रीज, लॉन्ग ट्रीज। ये वड्डे दरख्त हन। हन शब्द वास्ते जिहड़ा हैगा आर, जां ऐ कह लो भी आर वास्ते हन, पर हर हन वास्ते आर नहीं। कुछ हन वास्ते आर ठीक है, पर हर हन वास्ते आर ठीक नहीं है। पर हर आर वास्ते हन ठीक है। नेक्स्ट है वॉज। was, see। he was a doctor, he was a teacher। तो वो डॉक्टर सी। तो उदों सी वास्ते असी शब्द जिहड़ा हैगा was जिहड़ा हैगा लगाउंदे हाँ। जां कह लो कि अंग्रेजी के वाक दे विच जे वॉज लग्या है, उहदी जदों आपां पंजाबी करांगे तो साडे कोलों सी शब्द आ जाएगा।
ਤਾਂ was ਜਿਹੜਾ ਹੈਗਾ ਇੱਕ ਵਚਨ ਨਾਲ ਅਸੀਂ ਪ੍ਰਯੋਗ ਕਰਦੇ ਹਾਂ ਜਦੋਂ ਸਬਜੈਕਟ ਇੱਕ ਵਚਨ ਹੋਵੇ। ਜੇ ਬਹੁਵਚਨ ਚ ਹੋਵੇਗਾ ਤਾਂ were। ਇਹ ਮੈਂ ਦੁਬਾਰਾ ਲਿਖ ਦਿਆਂ ਥੋੜਾ ਜਿਹਾ। were, son, ਜਿਵੇਂ they were good players, ਉਹ ਚੰਗੇ ਖਿਡਾਰੀ ਸਨ। ਸਨ ਸ਼ਬਦ ਵਾਸਤੇ ਕੁਝ ਹਾਲਤਾਂ ਦੇ ਵਿੱਚ ਵਰ ਲੱਗਦਾ ਹੈ। ਹਰ ਵਾਰ ਵਰ ਵਾਸਤੇ ਸਨ ਹੀ ਉਸ ਦੀ ਆਪਾਂ ਟ੍ਰਾਂਸਲੇਸ਼ਨ ਦੇ ਰੂਪ ਦੇ ਵਿੱਚ ਪ੍ਰਯੋਗ ਕਰ ਸਕਦੇ ਹਾਂ। ਤਾਂ ਹਰ ਵਰ ਸ਼ਬਦ ਦਾ ਅਰਥ ਸਨ ਨਿਕਲਦਾ ਹੈ, ਪਰ ਹਰ ਸਨ ਦਾ ਅਰਥ ਵ ਸ਼ਬਦ ਨਹੀਂ ਨਿਕਲਦਾ, ਇਹ ਯਾਦ ਰੱਖਿਓ। ਨੈਕਸਟ ਹੈ ਜੀ has, ਕੋਲ ਹੈ। ਆਪਾਂ ਪੰਜਾਬੀ ਦੇ ਵਿੱਚ ਰੱਖਦਾ ਹੈ ਇਸ ਵਾਸਤੇ ਵੀ ਪ੍ਰਯੋਗ ਕਰ ਲੈਂਦੇ ਹਾਂ। has ਦਾ ਪ੍ਰਯੋਗ ਅਸੀਂ ਕੋਲ ਹੈ ਸ਼ਬਦ ਵਾਸਤੇ ਤਾਂ ਕਰਨਾ ਹੀ ਹੈ, ਇਸ ਅਰਥ ਨੂੰ ਧਿਆਨ ਚ ਰੱਖਦੇ ਹੋਏ ਤਾਂ ਕਰਨਾ ਹੀ ਹੈ। ਨਾਲੋਂ ਨਾਲ ਇੱਕ ਚੀਜ਼ ਦਾ ਹੋਰ ਆਪਾਂ ਧਿਆਨ ਰੱਖਣਾ ਹੈ ਕਿ ਜਦੋਂ ਨਾਉਨ ਜਾਂ ਸਬਜੈਕਟ ਸਿੰਗੂਲਰ ਹੋਵੇ ਉਦੋਂ ਆਪਾਂ ਹੈਜ਼ ਦਾ ਪ੍ਰਯੋਗ ਕਰਨਾ ਹੈ। ਕਹਿਣ ਦਾ ਭਾਵ ਇੱਕ ਵਚਨ ਸਬਜੈਕਟ ਨਾਲ ਅਸੀਂ ਹੈਜ਼ ਦਾ ਪ੍ਰਯੋਗ ਕਰਨਾ ਹੈ। ਜਿਵੇਂ he has a toy, ਉਸ ਕੋਲ ਇੱਕ ਖਿਡੌਣਾ ਹੈ। ਉਸ ਕੋਲ ਇੱਕ ਖਿਡੌਣਾ ਹੈ। ਤਾਂ ਉਸ ਕੋਲ ਕਹਿਣ ਦਾ ਭਾਵ ਉਹ ਖਿਡੌਣਾ ਰੱਖਦਾ ਹੈ। ਉਦੋਂ ਆਪਾਂ ਜਿਹੜਾ ਹੈਗਾ ਹੈਜ਼ ਦਾ ਪ੍ਰਯੋਗ ਕਰਨਾ ਹੈ। ਇਹਦਾ ਹੈਵ ਨਾਲ ਤੇ ਹੈਡ ਨਾਲ ਫਰਕ ਦੇਖ ਲੈਂਦੇ ਹਾਂ। ਪਿਆਰੇ ਵਿਦਿਆਰਥੀਓ, ਵਰਡ ਹੈ ਹੈਵ, ਇਹਦਾ ਅਰਥ ਵੀ ਹੈ ਕੋਲ ਹੈ, ਠੀਕ ਹੈ, ਜਾਂ ਰੱਖਦਾ ਹੈ, ਠੀਕ ਹੈ ਜੀ। ਪ੍ਰਯੋਗ ਕਦੋਂ ਕਰਨਾ ਹੈ? ਪਲੂਰਲ ਵਾਸਤੇ। ਬਹੁਵਚਨ ਜਦੋਂ ਸਬਜੈਕਟ ਹੋਏਗਾ ਉਦੋਂ ਆਪਾਂ ਹੈਵ ਦਾ ਪ੍ਰਯੋਗ ਕਰਨਾ ਹੈ, ਪਰ ਆਈ ਨੂੰ ਛੱਡ ਕੇ ਜਿਹੜਾ ਆਈ ਵਰਡ ਹੈਗਾ ਉਹਦੇ ਨਾਲ ਆਪਾਂ ਹੈਵ ਦਾ ਪ੍ਰਯੋਗ ਕਰਨਾ ਹੈ। ਬਾਕੀ ਆਪਾਂ ਸਾਰੇ ਦੇ ਸਾਰੇ ਜਿਹੜੇ ਬਹੁਵਚਨ ਹਨ, ਬਹੁਵਚਨ ਨਾਉਨ ਹਨ, ਬਹੁਵਚਨ ਸਬਜੈਕਟ ਹਨ, ਉਹਨਾਂ ਨਾਲ ਆਪਾਂ ਹੈਵ ਦਾ ਪ੍ਰਯੋਗ ਕਰਨਾ ਹੈ। ਤਾਂ ਪਲੂਰਲ ਨਾਲ ਵੀ ਤੇ ਨਾਲ ਆਪਾਂ ਪਲੱਸ ਕਰ ਦਈਏ ਆਏ ਨਾਲ, ਇਹਨਾਂ ਦੋਨਾਂ ਨਾਲ ਆਪਾਂ ਹੈਵ ਦਾ ਪ੍ਰਯੋਗ ਕਰਨਾ ਹੈ। ਜਿਵੇਂ ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ, ਆਈ ਹੈਵ ਅ ਡੋਲ, ਮੇਰੇ ਕੋਲੋਂ ਇੱਕ ਗੁੱਡੀ ਹੈ। ਇਸੇ ਤਰ੍ਹਾਂ ਆਪਾਂ ਜ਼ਿਆਦਾ ਵਾਸਤੇ ਜਿਵੇਂ ਵੀ ਲੈ ਲਈਏ, ਵੀ ਹੈਵ ਅ ਬਿਗ ਕਾਰ, ਸਾਡੇ ਕੋਲੋਂ ਇੱਕ ਵੱਡੀ ਕਾਰ ਹੈ। ਤਾਂ ਪਿਆਰੇ ਵਿਦਿਆਰਥੀਓ, ਹੈਜ਼ ਦਾ ਪ੍ਰਯੋਗ ਅਸੀਂ ਵਿਸ਼ੇਸ਼ ਤੌਰ ਤੇ ਸਿੰਗੂਲਰ ਸਬਜੈਕਟ ਵਾਸਤੇ ਕਰਨਾ ਹੈ। ਹੈਵ ਦਾ ਪ੍ਰਯੋਗ ਆਏ ਦੇ ਨਾਲ ਅਤੇ ਬਹੁਵਚਨ ਸਬਜੈਕਟ ਦੇ ਨਾਲ ਕਰਨਾ ਹੈ। ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ। ਨੈਕਸਟ ਵਰਡ ਹੈ ਬੱਚੇ ਹੈਡ। ਕੋਲ ਸੀ, ਠੀਕ ਹੈ ਜੀ। ਇਸ ਨੂੰ ਆਪਾਂ ਸਿੰਗੂਲਰ ਵਾਸਤੇ ਵੀ ਪ੍ਰਯੋਗ ਕਰ ਸਕਦੇ ਹਾਂ, ਪਲੂਰਲ ਵਾਸਤੇ ਵੀ ਕਰ ਸਕਦੇ ਹਾਂ। ਇੱਥੇ ਸਾਨੂੰ ਡਿਸਟਿੰਗੁਇਸ਼ ਕਰਨ ਦੀ ਲੋੜ ਨਹੀਂ ਪੈਂਦੀ। ਅਸੀਂ ਆਏ ਦੇ ਨਾਲ ਵੀ ਹੈਡ ਦਾ ਪ੍ਰਯੋਗ ਕਰ ਸਕਦੇ ਹਾਂ, ਵੀ ਨਾਲ ਵੀ, ਦੇ ਨਾਲ ਵੀ। ਕਹਿਣ ਦਾ ਭਾਵ ਸਿੰਗੂਲਰ ਹੋਵੇ ਸਬਜੈਕਟ ਤੇ ਚਾਹੇ ਪਲੂਰਲ ਹੋਵੇ, ਹੈਡ ਦਾ ਪ੍ਰਯੋਗ ਕਰ ਸਕਦੇ ਹਾਂ। ਫਰਕ ਫਿਰ ਕੀ ਹੈ ਹੈਜ਼ ਤੇ ਹੈਵ ਨਾਲੋਂ? ਹੈਜ਼ ਤੇ ਹੈਵ ਪ੍ਰੈਜ਼ੈਂਟ ਨਾਲ ਸੰਬੰਧਿਤ ਹਨ, ਵਰਤਮਾਨ ਕਾਲ ਨਾਲ ਸੰਬੰਧਿਤ ਹੈ। ਜਿਹੜਾ ਹੈਡ ਸ਼ਬਦ ਹੈ ਇਹ ਭੂਤਕਾਲ ਨਾਲ ਸੰਬੰਧਿਤ ਹੈ।
ਤਾਂ ਹੈਡ ਦੀ ਗੱਲ ਕਰਦੇ ਹਾਂ। ਆਈ ਹੈਡ ਅ ਟੋਏ, ਮੇਰੇ ਕੋਲ ਇੱਕ ਖਿਡੌਣਾ ਸੀ। ਦੇ ਹੈਡ ਅ ਸਮॉल ਕਾਰ, ਉਹਨਾਂ ਕੋਲ ਇੱਕ ਛੋਟੀ ਜਿਹੀ ਕਾਰ ਸੀ। ਤਾਂ ਪਿਆਰੇ ਵਿਦਿਆਰਥੀਓ, ਹੁਣ ਤੱਕ ਜਿਹੜੇ ਆਪਾਂ ਸ਼ਬਦ ਸਟੱਡੀ ਕੀਤੇ ਹਨ, ਪਹਿਲਾਂ ਉਹਨਾਂ ਦੀ ਗੱਲ ਕਰ ਲਈਏ। ਇਜ਼, ਜੇਕਰ ਕਿਤੇ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਕਿਸੇ ਵਾਕ ਦੇ ਵਿੱਚ ਇਜ਼ ਦਿਖਾਈ ਦਿੰਦਾ ਹੈ ਤਾਂ ਉਹਦਾ ਅਰਥ ਨਿਕਲ ਗਿਆ ਹੈ। ਪਰ ਜੇਕਰ ਅਸੀਂ ਪੰਜਾਬੀ ਦੇ ਕਿਸੇ ਵਾਕ ਦੀ ਅੰਗਰੇਜ਼ੀ ਬਣਾਉਣੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਹੈ ਸ਼ਬਦ ਦੀ ਥਾਂ ਤੇ ਆਪਾਂ ਇਜ਼ ਲਗਾ ਲਈਏ। ਇਸੇ ਤਰ੍ਹਾਂ ਦੂਜੇ ਸ਼ਬਦਾਂ ਦਾ ਧਿਆਨ ਰੱਖਿਓ। ਐਮ ਦਾ ਅਰਥ ਹੈ ਹਾਂ, ਆਏ ਨਾਲ ਪ੍ਰਯੋਗ ਹੋਣਾ ਹੈ। ਆਰ ਜਿਹੜਾ ਹੈਗਾ ਬਹੁਵਚਨ ਹੈ, ਬਹੁਵਚਨ ਸਬਜੈਕਟ ਨਾਲ ਪ੍ਰਯੋਗ ਹੋਣਾ ਹੈ। ਵਰਤਮਾਨ ਦੀ ਗੱਲ ਹੈ, ਅਰਥ ਨਿਕਲਦਾ ਹੈ ਹਨ। ਚੌਥਾ ਹੈ ਜੀ ਵਾਜ਼, ਵਾਜ਼ ਜਿਹੜਾ ਹੈਗਾ ਭੂਤਕਾਲ ਨਾਲ ਸੰਬੰਧਿਤ ਹੈ, ਅਰਥ ਨਿਕਲਦਾ ਹੈ ਸੀ। ਇਸ ਨੂੰ ਵੀ ਆਪਾਂ ਸਿੰਗੂਲਰ ਸਬਜੈਕਟ ਨਾਲ, ਇੱਕ ਵਚਨ ਨਾਲ ਪ੍ਰਯੋਗ ਕਰਨਾ ਹੈ। ਵਾਹ, ਭੂਤਕਾਲ ਦੀ ਗੱਲ ਹੈ, ਜਦੋਂ ਸਬਜੈਕਟ ਜਿਹੜਾ ਹੈਗਾ ਉਹ ਪਲੂਰਲ ਹੋਵੇ, ਬਹੁਵਚਨ ਦੇ ਵਿੱਚ ਹੋਵੇ, ਉਦੋਂ ਆਪਾਂ ਸਨ ਸ਼ਬਦ ਦਾ ਪ੍ਰਯੋਗ ਕਰਦੇ ਹਾਂ ਨਾ ਪੰਜਾਬੀ ਦੇ ਵਿੱਚ, ਤਾਂ ਅੰਗਰੇਜ਼ੀ ਦੇ ਵਿੱਚ ਵਾਹ ਸ਼ਬਦ ਦਾ ਪ੍ਰਯੋਗ ਕਰਨਾ ਹੈ। ਇਸੇ ਤਰ੍ਹਾਂ ਹੈਜ਼ ਤੇ ਹੈਵ ਜਿਹੜਾ ਹੈਗਾ ਇਹ ਵਰਤਮਾਨ ਕਾਲ ਨਾਲ ਸੰਬੰਧਿਤ ਹੈ। ਜੇਕਰ ਵਰਤਮਾਨ ਕਾਲ ਨਾਲ ਸੰਬੰਧਿਤ ਜਿਹੜਾ ਸਬਜੈਕਟ ਹੈ ਉਹ ਸਿੰਗੂਲਰ ਹੈ ਤਾਂ ਹੀ ਦਾ ਪ੍ਰਯੋਗ ਕਰ ਲਾਂਗੇ। ਜੇਕਰ ਆਏ ਹੈ ਜਾਂ ਪਲੂਰਲ ਹੈ, ਬਹੁਵਚਨ ਹੈ, ਤਾਂ ਆਪਾਂ ਹੈਵ ਦਾ ਪ੍ਰਯੋਗ ਕਰ ਲਾਂਗੇ। ਜਿਹੜੀ ਗੱਲ ਕਰੀਏ ਭੂਤਕਾਲ ਦੇ ਵਿੱਚ, ਆਪਾਂ ਕਹਿਣਾ ਕਿ ਮੇਰੇ ਕੋਲ ਆ ਸੀ ਚੀਜ਼, ਮੇਰੇ ਕੋਲ ਆ ਸੀ, ਉਦੋਂ ਆਪਾਂ ਹੈਡ ਦਾ ਪ੍ਰਯੋਗ ਕਰਨਾ ਹੈ ਸੀ ਵਾਸਤੇ। ਕੋਲ ਸੀ, ਉਹਦੇ ਵਾਸਤੇ ਹੈਡ ਦਾ। ਪਰ ਇਹਦੇ ਵਿੱਚ ਧਿਆਨ ਰੱਖਣ ਦੀ ਲੋੜ ਨਹੀਂ ਹੈ, ਸਿੰਗੂਲਰ ਵਾਸਤੇ ਵੀ ਅਸੀਂ ਹੈਡ ਦਾ ਪ੍ਰਯੋਗ ਕਰ ਲੈਣਾ ਹੈ, ਪਲੂਰਲ ਸਬਜੈਕਟ ਵਾਸਤੇ ਵੀ ਹੈਡ ਦਾ ਪ੍ਰਯੋਗ ਕਰ ਲੈਣਾ ਹੈ। ਕੁਝ ਆਪਾਂ ਐਗਜ਼ਾਮਪਲਸ ਪਹਿਲਾਂ ਹੀ ਲਿਖ ਲਈਆਂ ਹਨ। ਆਈ ਹੈਡ ਅ ਟੋਏ, ਦੇ ਹੈਡ ਅ ਸਮॉल ਕਾਰ। ਤਾਂ ਪਿਆਰੇ ਵਿਦਿਆਰਥੀਓ, ਮੈਨੂੰ 1 ਮਿੰਟ ਦਿਓ ਕਿ ਮੈਂ ਇਸ ਨੂੰ ਜਿਹੜਾ ਹੈਗਾ ਮਿਟਾ ਲਵਾਂ ਤੇ ਫਿਰ ਅਗਲੀ ਕੈਟਾਗਰੀ ਦੀ ਗੱਲ ਕਰਦੇ ਹਾਂ। ਅਗਲੀ ਜਿਹੜੀ ਕੈਟਾਗਰੀ ਹੈ ਉਹ ਹੈਗੀ ਹੈ ਕੁਐਸਚਨਸ ਨਾਲ ਸੰਬੰਧਿਤ ਵਰਡਸ। ਵਟ, ਵੈਨ, ਵੇਅਰ, ਉਹ ਸਾਰੇ ਆਪਾਂ ਸਟੱਡੀ ਕਰਦੇ ਹਾਂ। 1 ਮਿੰਟ ਵਾਸਤੇ ਵੇਟ ਕਰੋ। ਸ਼ੈਲ, ਜਿਹੜਾ ਵੀ ਵਾਕ ਇਸ ਨਾਲ ਸੰਬੰਧਿਤ ਹੋਵੇਗਾ ਉਸ ਦੀ ਜਦੋਂ ਆਪਾਂ ਪੰਜਾਬੀ ਕਰਦੇ ਹਾਂ, ਅੰਤ ਤੇ ਸਾਡੇ ਕੋਲੋਂ ਜਿਹੜੀ ਸਾਊਂਡ ਨਿਕਲਦੀ ਹੈ ਗਾ, ਗੇ, ਗੀ। ਠੀਕ ਹੈ ਜੀ। ਜਦੋਂ ਆਪਾਂ ਵਾਕ ਦੇ ਵਿੱਚ ਪ੍ਰਯੋਗ ਕਰਾਂਗੇ ਤਾਂ ਇਸ ਦੀ ਵਰਤੋਂ ਨੂੰ ਚੰਗੀ ਤਰ੍ਹਾਂ ਸਮਝ ਜਾਵਾਂਗੇ। ਪਿਆਰੇ ਵਿਦਿਆਰਥੀਓ, ਆਮ ਤੌਰ ਤੇ ਮੈਂ ਜ਼ੋਰ ਦੇ ਕੇ ਗੱਲ ਕਰ ਰਿਹਾ, ਆਮ ਤੌਰ ਤੇ ਆਈ ਤੇ ਵੂਈ ਦੇ ਨਾਲ ਆਪਾਂ ਸ਼ੈਲ ਦਾ ਪ੍ਰਯੋਗ ਕਰਦੇ ਹਾਂ। ਜਿਵੇਂ ਆਈ ਸ਼ੈਲ ਗੋ ਟੂ ਦ ਮਾਰਕੀਟ, I shall go to school, मैं बाजार जावांगा ਜਾਂ मैं स्कूल जावांगा। गा, गा शब्द ਜਿਹੜਾ ਹੈਗਾ ਮਗਰ ਵਾਕ ਦੇ ਸਾਨੂੰ ਸੁਣਾਈ ਦਿੰਦਾ ਹੈ, ਜਾਂ ਜੇਕਰ ਅਸੀਂ ਲਿਖਦੇ ਹਾਂ ਤਾਂ ਗਾ ਸ਼ਬਦ ਦਾ ਪ੍ਰਯੋਗ ਅੰਤ ਤੇ ਆਪਾਂ ਕਰਦੇ ਹਾਂ। ਨੈਕਸਟ ਵਰਡ ਹੈਗਾ ਜੀ will। ਗਾ, ਗੇ, ਗੀ। ਤਾਂ ਪਿਆਰੇ ਵਿਦਿਆਰਥੀਓ, ਆਏ ਹੋਏ ਤੋਂ ਇਲਾਵਾ ਬਾਕੀ ਸਾਰਿਆਂ ਨਾਲ ਆਪਾਂ will ਦਾ ਪ੍ਰਯੋਗ ਕਰਦੇ ਹਾਂ। ਜਿਵੇਂ he will go there now, ਉਹ ਹੁਣ ਉੱਥੇ ਜਾਵੇਗਾ। ਤਾਂ he will go, ਤਾਂ he ਸ਼ਬਦ ਆ ਗਿਆ, ਤਾਂ ਆਪਾਂ ਜਿਹੜੀ ਆਮ ਸਥਿਤੀ ਹੁੰਦੀ ਹੈ ਉਹਦੇ ਵਿੱਚ ਆਪਾਂ he ਦੇ ਨਾਲ will ਹੀ ਲਗਾਉਂਦੇ ਹਾਂ, he ਦੇ ਨਾਲ shall ਨਹੀਂ ਲਗਾਉਂਦੇ। ਤਾਂ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਜੇ ਦੇ ਜਾਂ ਸਾਨੂੰ ਕੋਈ ਹੋਰ ਸ਼ਬਦ ਪ੍ਰਯੋਗ ਕਰਨੇ ਪੈਂਦੇ ਹਨ ਸਬਜੈਕਟ ਦੇ ਰੂਪ ਦੇ ਵਿੱਚ, ਉਹਨਾਂ ਨਾਲ ਅਸੀਂ will ਦਾ ਪ੍ਰਯੋਗ ਕਰਨਾ ਹੈ, ਆਏ ਤੇ ਵੂਈ ਨਾਲ shall ਦਾ ਪ੍ਰਯੋਗ ਕਰਨਾ ਹੈ। ਪਰ 2 ਗੱਲਾਂ ਨੋਟ ਕਰਨ ਵਾਲੀਆਂ ਹਨ, ਉਹ ਇਹ ਕਿ ਜੇਕਰ ਤੁਸੀਂ ਅੱਜ ਦੀ ਸਥਿਤੀ ਦੇ ਵਿੱਚ ਜੇਕਰ ਹਰ ਸਬਜੈਕਟ ਨਾਲ will ਲਗਾ ਲੋਗੇ
ਤਾਂ ਵੀ ਪੇਪਰਾਂ ਦੇ ਵਿੱਚ ਤੁਹਾਡਾ ਵਾਕ ਗਲਤ ਨਹੀਂ ਹੋਵੇਗਾ। ਇੱਕ ਤਾਂ ਇਹ ਨੋਟ ਕਰ ਲਓ। ਦੂਜੀ ਗੱਲ ਇਹ ਹੈ, ਜੇਕਰ ਹਾਲਾਤ ਆਮ ਨਾ ਹੋ ਕੇ, ਹਾਲਾਤ ਸਧਾਰਨ ਨਾ ਹੋ ਕੇ, ਵਾਤਾਵਰਨ ਸਧਾਰਨ ਨਾ ਹੋ ਕੇ ਅਸਾਧਾਰਨ ਹੋਵੇ, ਉਸ ਵਕਤ ਅਸੀਂ ਰਿਵਰਸ ਆਰਡਰ ਦੇ ਵਿੱਚ ਵਿਲ ਜਾਂ ਸ਼ੈਲ ਦਾ ਪ੍ਰਯੋਗ ਕਰਦੇ ਹਾਂ। ਉਦਾਹਰਨ ਦੇ ਲਈ, ਜੇਕਰ ਮੈਂ ਵਾਅਦਾ ਕਰ ਰਿਹਾ ਹਾਂ ਕਿ ਮੈਂ 4 ਵਜੇ ਆ ਜਾਵਾਂਗਾ, ਮੈਂ 5 ਵਜੇ ਆ ਜਾਵਾਂਗਾ, ਜੇਕਰ ਮੈਂ ਕਿਸੇ ਨਾਲ ਵਾਅਦਾ ਕਰਦਾ ਹਾਂ, ਉਦੋਂ ਮੈਂ ਆਏ ਸ਼ਬਦ ਨਾਲ ਵਿਲ ਦਾ ਪ੍ਰਯੋਗ ਕਰਾਂਗਾ, ਤਾਂ ਖਾਸ ਹੋ ਗਈ ਨਾ ਸਥਿਤੀ। ਠੀਕ ਹੈ, ਮੰਨ ਲਓ ਕਿ ਮੈਨੂੰ ਕਿਸੇ ਤੇ ਗੁੱਸਾ ਚੜਿਆ ਹੈ, ਮੈਂ ਉਸ ਨੂੰ ਇਹ ਕਹਿਣਾ ਚਾਹੁੰਦਾ ਹਾਂ ਮੈਂ ਤੈਨੂੰ ਮਾਰ ਦੇਵਾਂਗਾ, ਤਾਂ ਮੈਂ ਐ ਥੋੜਾ ਕਵਾਂਗਾ I shall kill you, ਇਸ ਤਰ੍ਹਾਂ ਤਾਂ ਨਹੀਂ ਨਾ ਕਵਾਂਗਾ। ਮੈਨੂੰ ਤਾਂ ਗੁੱਸਾ ਚੜਿਆ ਹੋਇਆ ਹੈ, ਮੈਂ ਆਪਣੇ ਵਾਕ ਦੇ ਵਿੱਚ ਦਮ ਬਣਾਉਣਾ ਚਾਹੁੰਦਾ ਹਾਂ, ਮੈਂ ਚਾਹੁੰਦਾ ਹਾਂ ਕਿ ਦੂਜਾ ਡਰ ਜੇ ਮੇਰੇ ਤੋਂ। ਉਹ ਇਸ ਤਰ੍ਹਾਂ ਤਾਂ ਡਰੇਗਾ ਨਹੀਂ ਸਧਾਰਨ ਹਾਲਾਤ ਦੇ ਵਿੱਚ। ਉਦੋਂ ਮੈਨੂੰ ਕੁਝ ਨਾ ਕੁਝ ਸਟ੍ਰੇਂਜ ਕਰਨਾ ਪੈਂਦਾ ਹੈ, ਕੁਝ ਨਾ ਕੁਝ ਵੱਖਰਾ ਕਰਨਾ ਪੈਂਦਾ ਹੈ। ਉਸ ਸਥਿਤੀ ਦੇ ਵਿੱਚ ਜਦੋਂ ਤੁਹਾਨੂੰ ਬਹੁਤ ਗੁੱਸਾ ਚੜਿਆ ਕਿਸੇ ਤੇ, ਕਿਸੇ ਨੂੰ ਮਾਰਨਾ ਤੁਸੀਂ, ਉਦੋਂ ਤੁਸੀਂ ਰਿਵਰਸ ਆਰਡਰ ਦੇ ਵਿੱਚ ਆਏ ਦੇ ਨਾਲ ਵਿਲ ਦਾ ਪ੍ਰਯੋਗ ਕਰੋਗੇ, I will kill you। ਤਾਂ ਤੁਸੀਂ ਇਸ ਸਾਊਂਡ ਨੂੰ ਦੇਖਿਆ, I will kill you। ਜਦੋਂ ਆਪਣੀ ਗੱਲ ਦੇ ਵਿੱਚ ਪ੍ਰਭਾਵ ਜ਼ਿਆਦਾ ਪਾਉਣਾ ਹੋਵੇ ਤਾਂ ਰਿਵਰਸ ਆਰਡਰ ਦੇ ਵਿੱਚ ਪ੍ਰਯੋਗ ਹੁੰਦਾ ਹੈ। ਜੇਕਰ ਪ੍ਰਾਈਮ ਮਿਨਿਸਟਰ ਜੀ ਇਹ ਕਹਿਣਾ ਚਾਹੁੰਦੇ ਹੈ ਕਿ ਬਈ ਮੈਂ ਸਾਰਿਆਂ ਨੂੰ 2-2000 ਰੁਪਇਆ ਦੇ ਦੇਵਾਂਗਾ, ਇੱਕ ਪ੍ਰੋਮਿਸ ਕਰ ਰਹੇ ਨੇ, ਉੱਥੇ I shall ਨਹੀਂ ਆਏਗਾ, I will ਆਏਗਾ। ਤਾਂ ਜਿੱਥੇ ਵੀ ਕੋਈ ਵਾਅਦਾ ਹੋਵੇ, ਕੋਈ ਵਾਤਾਵਰਨ ਵੱਖਰਾ ਹੋਵੇ, ਆਪਣੇ ਵਾਕ ਦੇ ਵਿੱਚ ਦਮ ਬਣਾਉਣ ਵਾਸਤੇ ਅਸੀਂ ਰਿਵਰਸ ਆਰਡਰ ਦੇ ਵਿੱਚ ਵੀ ਪ੍ਰਯੋਗ ਕਰਦੇ ਹਾਂ। ਇੱਕ ਗੱਲ ਫਿਰ ਰਿਪੀਟ ਕਰਦੇ ਹਾਂ, ਜਦ ਮੈਂ ਪਹਿਲਾਂ ਕਹਿ ਦਿੱਤੀ ਸੀ, ਉਹ ਇਹ ਕਿ ਜੇਕਰ ਅੱਜ ਤੁਸੀਂ ਕਿਸੇ ਵੀ ਸਬਜੈਕਟ ਨਾਲ ਵਿਲ ਲਗਾ ਲੈਂਦੇ ਹੋ ਤਾਂ ਤੁਹਾਡਾ ਪੇਪਰਾਂ ਦੇ ਵਿੱਚ ਵਾਕ ਗਲਤ ਨਹੀਂ ਹੋਵੇਗਾ। ਤਾਂ ਇਹ ਆਪਣਾ ਵਾਕ ਸਮਝੋ ਕੰਪਲੀਟ ਹੋ ਗਈ ਇਹ ਗੱਲ ਜੀ ਆਪਣੀ। ਨੈਕਸਟ ਜਿਹੜਾ ਹੈਗਾ, ਨੈਕਸਟ ਜਿਹੜੀ ਕੈਟਾਗਰੀ ਹੈ ਉਹ ਕੁਐਸਚਨਸ ਨਾਲ ਸੰਬੰਧਿਤ ਹੈ। ਮੈਂ ਇਸ ਨੂੰ ਰੱਬ ਕਰ ਲਵਾਂ ਪਹਿਲਾਂ। ਤਾਂ ਪਿਆਰੇ ਵਿਦਿਆਰਥੀਓ, ਸਾਡੇ ਕੋਲੋਂ ਜਿਹੜੇ ਨੈਕਸਟ ਕੈਟਾਗਰੀ ਹੈ ਕੁਐਸਚਨਸ ਨਾਲ ਸੰਬੰਧਿਤ ਵਰਡਸ, ਉਹਦੇ ਵਿੱਚ ਸਾਡੇ ਕੋਲ ਹੋ, what, which, when, where, how, why, do, does, did, can। ਤਾਂ ਪਿਆਰੇ ਵਿਦਿਆਰਥੀਓ, ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੇ ਅਰਥ ਆਉਂਦੇ ਹੋਣਗੇ। ਤੁਸੀਂ ਅੱਜ ਆਪਣੇ ਜਿਹੜੇ ਇਹ ਅਰਥ ਸਿੱਖ ਰਹੇ ਹੋ, ਇਹ ਬਸ ਅੱਗੇ ਦੂਜੇ ਵਿਦਿਆਰਥੀ ਨੂੰ ਸਿਖਾਉਣੇ ਹਨ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਵਰਡ ਹੈ ਸਾਡੇ ਕੋਲੋਂ ਹੂ। ਹੂ ਅਰਥ ਕੀ ਨਿਕਲਦਾ ਹੈ? ਕੌਣ। ਇਹ ਆਪਾਂ ਵਿਅਕਤੀਆਂ ਦੇ ਸੰਬੰਧ ਵਿੱਚ ਵਰਤਣਾ ਹੈ। ਇਹ ਧਿਆਨ ਰੱਖਣਾ ਹੈ ਕਿ ਵਿਅਕਤੀਆਂ ਦੇ ਸੰਬੰਧ ਵਿੱਚ ਵਰਤਣਾ ਹੈ। Who are you? ਤੁਸੀਂ ਕੌਣ ਹੋ? ਤਾਂ ਕੌਣ ਸ਼ਬਦ ਜਦੋਂ ਆਪਾਂ ਕਹਿਣਾ ਚਾਹੁੰਦੇ ਆ ਤਾਂ ਉਦੋਂ ਆਪਾਂ ਹੂ ਦਾ ਪ੍ਰਯੋਗ ਕਰਨਾ ਹੈ। ਜੇਕਰ ਪੇਪਰ ਦੇ ਵਿੱਚ ਹੂ ਨਾਲ ਸੰਬੰਧਿਤ ਕੁਐਸਚਨ ਹੈ ਤਾਂ ਉਹਦਾ ਅਰਥ ਆਪਾਂ ਕੀ ਕੱਢਣਾ ਹੈ? ਕੌਣ। ਉੱਥੇ ਪਿਆਰੇ ਵਿਦਿਆਰਥੀਓ, ਆਨਸਰ ਲਿਖਣ ਲੱਗਿਆ ਸਿਰਫ ਆਪਾਂ ਹੂ ਦੀ ਥਾਂ ਤੇ ਕਿਸੇ ਵਿਅਕਤੀ ਦਾ ਨਾਮ ਹੀ ਲਿਖਣਾ ਹੁੰਦਾ। ਨੈਕਸਟ ਗੱਲ ਕਰਦੇ ਹਾਂ, ਵਟ। ਵਟ ਕੀ। ਜਦੋਂ ਆਪਾਂ ਕੀ ਨਾਲ ਸੰਬੰਧਿਤ ਪ੍ਰਸ਼ਨ ਬਣਾਉਂਦੇ ਹਾਂ ਉਦੋਂ ਆਪਾਂ ਵਟ ਦਾ ਪ੍ਰਯੋਗ ਕਰਦੇ ਹਾਂ। ਜਿਵੇਂ ਆਪਾਂ ਕਹੀਏ ਵਟ ਇਜ਼ ਦਿਸ, ਇਹ ਕੀ ਹੈ।
तो प्रश्न बनाने लग्या असी की वास्ते वट का प्रयोग करते हाँ जां वट नूं समझण वास्ते असी पंजाबी दे विच अर्थ लैंदे हाँ की। प्यारे विद्यार्थियों नैक्सट वर्ड है साडे कोलों विच। केड़ा केड़ी तो प्यारे विद्यार्थियों जदों आपां किसी वस्तु की गल करनी होवे जे तो व्यक्ति की गल करनी सी तो हु वर्ड है, जे किसी वस्तु की गल करनी है तो विच शब्द का प्रयोग आपां करना है। जिवें आपां कह सकते हाँ विच पिक्चर डिड यू सी yesterday। तुसी कल केड़ी तस्वीर देखी, केड़ी पिक्चर तुसी कल देखी। तो उस वक्त हुण क्योंकि यह बेजान चीज है पिक्चर तस्वीर जां फिल्म बेजान चीज है इस वास्ते विच दा प्रयोग किया है। जेकर व्यक्ति के संबंध में पूछना होगा केड़ा उदों आपां हू का प्रयोग करांगे। उम्मीद है कि गल समझ गए होवोगे। नेक्स्ट है वैन। वैन कदों। प्यारे विद्यार्थियों जदों आपां समय के संबंध दे विच कोई प्रश्न करते हाँ तो उदों वैन का प्रयोग करते हाँ कदों। जिवें वैन विल यू कम। अगेन अगेन भी ला सकते इत्थों तक ही रख लो तां भी कोई नहीं। वैन विल यू कम तुसी कदों आओगे, तुसी कदों आओगे। कदों कदों वास्ते शब्द साडे कोलों वैन समय के संबंध च। ज्यादा इहदे विच कोई समझाउण वाला नहीं है क्योंकि कन्फ्यूजन क्रिएट नहीं होंदी, हर एक दा अलग अर्थ निकलदा पंजाबी च। नेक्स्ट वर्ड है वेयर। किथे। वेयर आर यू गोइंग, वेयर आर यू गोइंग। तुसी किथे जा रहे हो, किथे शब्द वास्ते वेयर। नेक्स्ट है जी हाउ। हाउ किवें। हाउ आर यू तुसी किवें हो। जां किसी तरीके बारे पूछा जा सकता है उदों भी आपां हाउ का प्रयोग करना हुंदा है किवें। नेक्स्ट है जी वाई। क्यों। जदों आपां किसी गल का कारण पूछना हुंदा है उदों आपां वाई शब्द का प्रयोग करते हाँ। वाई आर यू लेट। वाई आर यू लेट तुसी लेट क्यों हो। तो प्यारे विद्यार्थियों उदों आपां जदों क्यों शब्द पंजाबी दे विच लगाउंदे हां उहदे वास्ते आपां वाई शब्द का प्रयोग करना है क्वेश्चन करन लगे। नैक्सट वर्ड जिहड़ा हैगा साडे कोलों डू डज डिड कैन उसकी आपां गल करते हाँ। मैनू एक मिनट फिर दिओ इहनूं रब कर लवां करता हाँ। जिहड़ा डू वर्ड हैगा इसका जिहड़ा अर्थ निकलता है जो आपां क्वेश्चन करना है तो की अर्थ निकलता है। इस तरह डज शब्द जिहड़ा हैगा उहदा अर्थ भी की निकलता है। जिहड़ा डिड है वर्ड उहदा भी अर्थ की निकलता है। किवें इन्हां दा प्रयोग करांगे वो आपां देखदे हां। तो वर्ड है साडे कोलों डू। जेकर
इस दा आपां सधारण अर्थ देखना होवे तां डू दा अर्थ हुंदा जी करो, पर आपां प्रश्न के संबंध में गल करिए तां इहदा अर्थ आम तौर पर जिहड़ा निकलेगा वो निकलेगा की। पर तुसीं ये किते पक्का रूल ना बना लिओ कि जिथे डू होवे उहदे बराबर की। देखो प्यारे विद्यार्थियों की है कि हर भाषा दे विच कुछ अजिहे शब्द हैं जिहदे पैरलल दूजी भाषा दे विच ओह शब्द एज इट इज नहीं हुंदे, आपां सिर्फ गल समझ सकते हैं। तो आम तौर पर जिहड़ा इहदा अर्थ निकलदा है वह दस रहे हाँ, इंग्लिश बेसिक वर्ड्स कर रहे हाँ ताकि सानू गल समझ लग जाए। अगे ना कुछ वर्ड इहो जिहे आउणगे जिहड़े प्रैपोजिशनस होणगे, प्रैपोजिशनस होणगीਆਂ, पर ਇੱਥੇ ਆਪਾਂ ਉਹਨਾਂ ਦੇ ਸਧਾਰਨ अर्थ देखांगे क्योंकि ਜਦੋਂ ਆਪਾਂ ਉਹਨਾਂ ਸ਼ਬਦਾਂ ਨੂੰ ਪ੍ਰੈਪੋਜੀਸ਼ਨ ਦੇ ਤੌਰ ਤੇ ਸਟੱਡੀ ਕਰਾਂਗੇ ਇੱਕ ਵਰਡ ਦੇ ਕਈ ਪ੍ਰਯੋਗ ਹਨ। ਤਾਂ ਇੱਥੇ ਸਿਰਫ ਆਪਣਾ मतलब है कि आप साधारण तौर पर जो अर्थ निकलता है वह जरूर समझ लीए। डू करो की, ठीक है जी। तो इहदा जो आप प्रयोग करांगे इसका आप किसी वाक दे विच प्रश्न के रूप दे विच तो आप करांगे जिवें डू यू लाइक टू प्ले क्रिकेट, डू यू लाइक टू प्ले क्रिकेट। तो प्रश्न देखो क्वेश्चन मार्क है, प्रश्न के रूप में जो प्रयोग करना है डू का किस तरह करांगे, डू यू लाइक टू प्ले क्रिकेट, की तुसी क्रिकेट खेडना पसंद करोगे, डू यू लाइक टू हैव अ कप ऑफ टी। तो फिर अगर जो इस तरह आप पूछना हो किसी को की शब्द की तुसी क्रिकेट खेडना पसंद करोगे, की तुसी एक कप चाह का पीना पसंद करोगे, उदों की वास्ते आप वट शब्द नहीं लगा सकते, उदों सानू डू डज डिड इन्हां दा प्रयोग करना पैंदा है। तो क्योंकि प्रेजेंट की गल है, बहुवचन वाला है जिहड़ा सब्जेक्ट है, इस करके डू का प्रयोग करना है। हुण डज भी सेम है, डज करना, ठीक है जी। अर्थ निकलेगा प्रश्न वेले की। तो डज वास्ते भी आप एक वाक लेके फिर दोनों का फर्क भी स्टडी कर लेंगे हाँ। डज ही वांट अ पेन, की वो एक पेन चाहता है, कि मेरा जोर किस गल पे है कि जो आप अंग्रेजी के इन्हां वाकां दी पंजाबी करते हाँ तो साडे कोलों अर्थ निकलता है की। उंज शब्द डू का मतलब करो, डज का मतलब करना, पर इन्हों प्रश्न के रूप में आप वरत रहे हाँ। आप ध्यान की रखना है कदों डू का प्रयोग करना है, कदों डज का, यदा आप विशेष ध्यान रखना है। किवें जेकर डू तो बाद प्रयोग होने वाला सब्जेक्ट प्लूरल है, बहुवचन है, तो डू का प्रयोग करांगे। जे आए शब्द है, आए, डू आए, तां भी तुसी डू दे नाल सॉरी आए दे नाल प्रयोग डू करोगे, आए वास्ते ते प्लूरल वास्ते काहदा प्रयोग करना है, डू दा। ये आपां लिख लेने इत्थे, आए वास्ते ते प्लूरल वास्ते काहदा प्रयोग करांगे, डू दा। कदों वर्तमान काल दे विच। जेकर सिंगुलर सब्जेक्ट है, ठीक है जी, उदों आपां डज का प्रयोग करना है। आए नूं आपां प्लूरल वाले पासे लेके जाना है। सिंगुलर सब्जेक्ट है, आए नूं छड्ड के बाकी सारे सिंगुलर सब्जेक्ट नाल वर्तमान काल दे विच की शब्द नाल संबंधित आपां प्रश्न करना है तो डज का प्रयोग करांगे। नैक्सट हैगा जी डिड, बीते समय नाल संबंधित प्रश्न करना है, कहना चाहते हैं कि उदों आपां डिड का प्रयोग किस तरह करांगे, डिड, ठीक है जी। कीता, जेकर यदि पंजाबी करिए तो कीता, पर प्रश्न के रूप के गल करिए तो की। जिवें आपां वाक कह सकते हाँ, डिड ही गिव यू एनीथिंग, डिड ही, सॉरी
Did he give you anything? कि उसने तुहानू कोई चीज दिती? कि उसने तुहानू कोई चीज दिती? इत्थे हुण वट तो लग ही नहीं सकता, फिर आप की शब्द वास्ते काहदा प्रयोग करना सी, जिदा डू दा जां डज दा जां डिड दा, क्योंकि यह बीते समय की गल है तो डिड दा प्रयोग कर लिया। नैक्सट गल करते हाँ कैन। प्रश्न के संबंध में सकदा हां, इत्थे मैं डैश कर रहा, वाक होएगा सकदा हां, सकदे हन, सकदा है, तो इस तरह का आएगा। जिवें जे प्रश्न करना है तो आप कह सकते हैं कैन ही ड्राइव अ कार, कि ओ कार चला सकता है, कि ओ कार चला सकता है, सकता है। जो मगर सकता है उदों आपां जिहड़ा हैगा कैन का प्रयोग करना है, क्योंकि कैन शब्द किसी की समर्था नूं चैक करता है कि उहदे विच इह काम करन दी समर्था है या नहीं है। तो जो प्रश्न के रूप दे विच प्रयोग करना है तो किसी की समर्था चैक करनी है तो आप कैन का प्रयोग करते हैं। कैन ही ड्राइव अ कार, कैन ही राइट एन एसे, कि वो एक प्रस्ताव लिख सकता है, तो किसी की समर्था चेक करते। कैन ही स्विम, तो प्यारे विद्यार्थियों उम्मीद करता है कि तुहानू ये जिहड़े 6वीं कैटागरी दे वर्ड्स हु, वट, विच, वैन, वेयर, हाउ, वाई, डू, डज, डिड, कैन समझ लग गए होणगे। एक बार दोहरा दें, हु कौन, वट की, विच केड़ी केड़ा चीज के संबंध, हु व्यक्ति के संबंध कौन, वैन कदों समा दसना होएगा, वेयर किथे प्लेस नाल संबंधित, हाउ तरीका की है, वाई क्यों, डू डज डिड कैन हुणे आपां स्टडी कीता है। डू ते डज वर्तमान दे विच प्रयोग करने हैं जो आपां की शब्द का प्रयोग करना होवे पर वट का प्रयोग ना कर सकते होइए। इस तरह भूतकाल दे विच की शब्द का इस्तेमाल करना होवे तो उदों भी आपां जिहड़ा हैगा डिड का प्रयोग करना है। तो एक चीज का जरूर ध्यान रखना है कि जिहड़े वाक दे विच तुसीं डिड का प्रयोग करोगे, डिड का प्रयोग जिस वाक चो करोगे उत्थे फॉर्म जिहड़ी हैगी वर्ब दी वो पहली कर देनी है। ये ना हो कि उत्थे फॉर्म ही जिहड़ी हैगी दूजी होवे। इत्थे गेव नहीं लग्या, गिव लग्या, डिड ही गिव यू एनीथिंग। कैन प्रश्न के संबंध में जो आपां इहदा प्रयोग करते हैं तो सकदा है, सकदा हां, सकदे हन, प्रश्न के रूप में किसी की समर्था चेक करने वास्ते असीं इसका प्रयोग करते हैं, जिसकी गल आपां हुणे कर ली है। प्यारे विद्यार्थियों जिहड़ा हैगा समा अपने अज की क्लास का खत्म होने वाला है। मैं तुहाडे नाल अज एक वादा कीता सी कि तुहानू मैं चार्ट जिहड़े हैगे दो दिखावांगा, जिहड़े शब्द अज रह गए उन्हां नू चार्ट की मदद नाल आपां सिखांगे, क्योंकि जो समझाउंदे हां तां समा लग जांदा है। चार्ट दे उत्ते तुहानू सारे दे सारे सॉल्व मिलणगे, घट समय दे विच तुसीं स्टडी कर पाओगे। क्लास दे नाल जुड़े रहो, वेट करियो मैं इसनू रब कर लवां। उस चार्ट तो तुसीं काफी कुछ सिखोगे। तुसीं स्क्रीनशॉट लै सकते हो चार्ट का, ते उस उन्हां चार्ट तो वधिया चार्ट्स तुसीं वर्ड दे विच, चाहे मोबाइल होवे चाहे लैपटॉप होवे, वर्ड दे विच उस तो भी बेहतर बना के मैनू सेंड करना है, अपने टीचर्स नू सेंड करना है। वो भी खुश हो जाएंगे। हो सकता है कि वो भी अपने स्कूल दे वास्ते फ्लैक्स भी बनवाना चाहन, उन्होंने बहुत ईजी हो जाएगा। तो एक बार मैं तुहानू वो चार्ट दिखाना चाहता हाँ। जेकर चार्ट दे विच कोई गलती होवे तो मैनू चैट राहीं जरूर दस देना है ताकि मैं उस दे विच शोध कर लवां। तो प्यारे विद्यार्थियों एक मिनट मैनू होर दिया जे ताकि मैं इसनू रब करके तुहानू चार्ट दिखा पाऊं। वर्ड है जिवें पहला वर्ड है दिस,
दिस ए एक वचन वास्ते, दिस इज अ बैट, दीज दीज एदा भी अर्थ ए बहुवचन वास्ते, दीज आर चेयर्स। इस तरह तीजा जिहड़ा शब्द है इट, इट ए बेजान एक वचन, दिस इज अ टेबल, इट इज मेड ऑफ वुड। उम्मीद करता कि समझ रहे होवोगे प्यारे विद्यार्थियों। ਇਹਦੇ ਨਾਲ ही अगली जी कैटेगरी है ਉਹਦੇ ਵਿੱਚ वर्ड ਹਨ दैट, दोज, ही, शी, दे। सारिਆਂ ਦਾ अर्थ ਜਿਹੜਾ ਹੈਗਾ ਉਹ शब्द निकल रहा है। दैट वर्ड, दैट इज अ बिग बॉक्स, वो एक वड्डा डब्बा है। दोज आर लॉन्ग ट्रीज, वो लंबे दरख्त हैं। नेक्स्ट है जी ही, ही ओ पुरुष वास्ते, ही इज अ प्लेयर, वो एक खिडारी है। शी स्त्री लई अर्थ की निकलता है ओ, शी इज अ टीचर। नेक्स्ट वर्ड है साडे कोलों दे, दे अर्थ की निकलता है ओ बहुते व्यक्तियों वास्ते, दे आर क्रिकेट प्लेयर्स। नेक्स्ट है तीजी कैटेगरी, उनदे विच वर्ड हैं वोई, वोई, आए, माई, आवर, यूर, हिज, हर, इट्स। तो इहदे विच वोई असी बहुवचन, वी आर फ्रेंड्स, असी मित्र हाँ, असी वास्ते वर्ड है साडे कोल वोई। आई, आई एम अ स्टूडेंट, मैं एक विद्यार्थी हाँ। माई, दिस इज माई बैग, ये मेरा बैग है या ये मेरा थैला है। नेक्स्ट वर्ड है साडे कोल प्यारे विद्यार्थियों आवर, और साडा, दिस इज अ हाउस, ये साडा घर है। यूर, यूर तुहाडा, दिस इज यूर पेन। हिज उसदा पुरुष वास्ते, दिस इज हिज पेन, यह उसदा पेन है। नेक्स्ट है प्यारे विद्यार्थियों वर्ड है ह, स्त्री वास्ते, शी इज दीपिका, दिस इज ह पेन। नेक्स्ट है जी इट्स, इसदा बेजान चीजां वास्ते, दिस इज अ बिग टेबल बट इट्स लेग्स आर 3। नेक्स्ट प्यारे विद्यार्थियों वर्ड है 17 वर्ड, 17 नंबर देयर, देयर उन्हां दा, देयर हाउस इज बिग, उन्हां दा घर बड़ा है। नेक्स्ट फोर्थ कैटेगरी दे विच दो वर्ड हैं देयर, हियर, देयर, हियर, देयर आई वांट टू गो देयर, मैं उत्थे जाना चाहता हाँ। हियर, कम हियर, इत्थे आओ। नेक्स्ट कैटेगरी है जिहड़ी आपां अज स्टडी की है इज, एम, वॉज, वो, हैज, हैव, हैड। इज दा अर्थ है पर हर है दा अर्थ इज नहीं है। दिस इज अ पेन, ये एक पेन है। प्यारे विद्यार्थियों नेक्स्ट है एम, आए नाल आपां एम दा प्रयोग करना है, आई एम अ स्टूडेंट। नेक्स्ट है वर्ड वॉज, सी, ही वॉज राइटिंग अ लेटर, वो एक पत्र लिख रहा सी। वो सन, दे वर प्लेइंग क्रिकेट। हैज कोल है, रखदा है, हेल्पिंग वर्ब है। ही हैज अ टॉय, उस कोल एक खिडौना है। हैव कोल है, कदों प्रयोग करना है आए नाल जां प्लूरल सब्जेक्ट नाल। आई हैव अ बिग हाउस, मेरे कोल वड्डा घर है, जां वी हैव अ बिग हाउस। तां असी आए नाल ते प्लूरल नाल असी प्रयोग करना है हैव दा। गल करते हाँ हैड दी, हैड कोल सी, जदों गल बीते समय दी होवे, भूतकाल दी। आई हैड अ बुक, मेरे को एक किताब सी। और वी हैड अ कार, साडे कोल एक कार सी। तां 27th वर्ड है शैल, गा गे गी दी साउंड आउंदी है वाक दे अंत ते। आई शैल प्ले क्रिकेट, मैं क्रिकेट खेडांगा। नेक्स्ट है विल, गा गे गी,
तो प्यारे विद्यार्थियों ध्यान देना है कि जिहड़ा आए है जां वही है उहदे नाल आपां शैल दा आम तौर ते प्रयोग करते हाँ। बाकी सारा नाल विल दा, यू विल गो टू द मार्केट, तुसी बाजार जाओगे। नैक्सट आपां हुणे स्टडी कीता सी 29वां शब्द है हु, कौन, वट की, विच केड़ा केड़ी, वैन कदों, वेयर किथे, हाउ किवें, वाई क्यों। तो प्यारे विद्यार्थियों एक बार आप रिपीट कर लेंगे हु टीचर्स यू इंग्लिश, तुहानू इंग्लिश कौन पढ़ाउंदा है, कौन वास्ते शब्द की है हु। नैक्सट वर्ड है साडे कोलों वट डू यू वांट, तुसी की चाहुंदे हो। नैक्सट वर्ड है साडे कोलों विच, केड़ा जां केड़ी, विच पिक्चर डिड यू सी लास्ट नाइट, पिछली रात तुसी केड़ी पिक्चर देखी सी। वैन कदों, वैन विल यू मीट अगेन, तुसी दोबारा कदों मिलोगे। नेक्स्ट है जी वेयर, किथे, वेयर आर यू, वेयर वर यू, तुसी किथे सी। नेक्स्ट वर्ड है हाउ, हाउ विल यू सॉल्व दिस प्रॉब्लम, तुसी इस समस्या नू किवें हल करोगे। नेक्स्ट बच्चे वर्ड हैगा वाई, वाई आर यू डूइंग दिस, तुसी ये क्यों कर रहे हो। नेक्स्ट वर्ड है डू, डू जो असं प्रश्न करना है तो इहदा अर्थ निकलना चाहिए कि डू यू लाइक टू प्ले क्रिकेट, कि तुसी क्रिकेट खेडना चाहते हो। डज प्रश्न वास्ते की, सिंगुलर सब्जेक्ट वास्ते वरतना है। डज ही वांट अ पेन, कि वो एक पेन चाहता है। डिड कि, डिड ही गिव यू एनीथिंग, कि उसने तुहानू कोई चीज दिती सी। नेक्स्ट है बच्चे कैन, कैन आई आस्क अ क्वेश्चन, कि मैं एक प्रश्न पूछ सकता हाँ। नेक्स्ट है सीरियल नंबर है 40, ये आपां प्यारे विद्यार्थियों अज स्टडी नहीं किया। ये जिहड़े वर्ड रह गए ने ये तुसीं एक बार इसकी स्क्रीनशॉट लै लो, ये आपां स्टडी जिहड़े हैगे बाद विच कर लवांगे। एक बार मैं रिपीट कर दिंदा हाँ इन्हां नूं। इन, इन दा अर्थ है विच, इनटू दा अर्थ भी है विच। दिस वाइट चेयर वॉज इन दैट रूम, ये चिट्टी कुर्सी उस कमरे विच सी। इनटू गति विच होवे जदों, आई एम पोरिंग वाटर फ्रॉम जग इनटू अ गिलास, मैं पानी नूं जग तो गिलास विच पा रहा हाँ। ऑन उत्ते स्थिरता वास्ते, दिस बुक इज ऑन द टेबल, ये किताब मेज उत्ते पई है। एट ते ही केम एट द राइट टाइम, वो सही समय ते आया। नेक्स्ट वर्ड है जी विद, नाल, आई किल्ड अ स्नेक विद अ स्टिक, मैं सप नूं एक सोटी नाल मारिया। नेक्स्ट है जी बाय, द्वारा, व्यक्ति द्वारा, दिस बुक इज रिटन बाय गोपाल। नेक्स्ट दो शब्द इको जे लगते हैं, बिसाइड बिसाइड्स, नेड़े, बिसाइड, शी केम एंड सैट बिसाइड मी, वो आई ते मेरे नेड़े बैठ गई। नेक्स्ट वर्ड है बच्चे बिसाइड्स, इको जे लगते भुलेखा पैंदा, बिसाइड्स, तो इलावा, आई हैव 3 अदर पेन्स बिसाइड्स दिस, दिस पेन, मेरे को इस पेन तो इलावा भी होर 3 पेन हैं इलावा वास्ते। प्यारे विद्यार्थियों अगे सिंस ते फोर, फोर जो शब्द है ये 2 प्रयोग है। पहले आप सिंस की गल करते हाँ। सिंस जो वर्ड है पॉइंट ऑफ टाइम वास्ते यूज होता है, जो समा दिता हो सही पॉइंट दे विच, जिवें 1977 तो
he has been living in this house since 1977 ਉਹ ਇਸ ਮਕਾਨ ਵਿੱਚ 1977 ਤੋਂ ਰਹਿ ਰਹੇ ਹਨ। ਨੈਕਸਟ ਬੱਚੇ for ਕਦੋਂ ਪ੍ਰਯੋਗ ਹੁੰਦਾ? ਪੀਰੀਅਡ ਆਫ ਟਾਈਮ, ਜਦੋਂ ਵਕਫਾ ਦਿੱਤਾ ਹੋਵੇ ਸਮੇਂ ਦਾ। he has been living in this house for 5 years, ਉਹ ਇਸ ਮਕਾਨ ਵਿੱਚ 5 ਸਾਲਾਂ ਤੋਂ ਰਹਿ ਰਹੇ ਹਨ। ਤਾਂ ਜਦੋਂ ਵਕਫਾ ਦਿੱਤਾ ਸੀ 5 ਸਾਲਾਂ ਤੋਂ, ਉਦੋਂ ਤਾਂ ਆਪਾਂ for ਸ਼ਬਦ ਦਾ ਇਸਤੇਮਾਲ ਕੀਤਾ ਹੈ। ਜਦੋਂ ਆਪਾਂ ਨੂੰ ਇਹ ਕਿਹਾ ਵੀ 1977 ਤੋਂ 1978 ਤੋਂ, ਉਦੋਂ since। ਨੈਕਸਟ ਤੇ ਲਾਸਟ ਵਰਡ ਹੈ for, ਇਸ ਦੇ ਲਈ ਇਹਦਾ ਅਰਥ ਹੁੰਦਾ ਹੈ ਲਈ। this is for you, ਇਹ ਤੁਹਾਡੇ ਲਈ ਹੈ। ਬਹੁਤ ਹੀ ਪਿਆਰੇ ਵਿਦਿਆਰਥੀਓ, ਤੁਸੀਂ ਇੰਨੀ ਗਰਮੀ ਦੇ ਵਿੱਚ ਇਸ ਪੜ੍ਹਾਈ ਵਾਲੀ ਕਲਾਸ ਨੂੰ ਜੁਆਇਨ ਕੀਤਾ ਹੈ, ਬੜਾ ਸਬਰ ਰੱਖਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਕੁਝ ਨਾ ਕੁਝ ਜ਼ਰੂਰ ਨਵਾਂ ਪ੍ਰਾਪਤ ਕੀਤਾ ਹੋਵੇਗਾ। ਪਿਆਰੇ ਵਿਦਿਆਰਥੀਓ, ਮੈਨੂੰ ਪਤਾ ਹੈ ਕਿ ਤੁਸੀਂ ਇੰਟੈਲੀਜੈਂਟ ਹੋ, ਤੁਹਾਨੂੰ ਇਹ ਸ਼ਬਦ ਪਹਿਲਾਂ ਵੀ ਆਉਂਦੇ ਹੋਣਗੇ, ਪਰ ਲੋੜ ਸੀ ਰਿਵਾਈਜ਼ ਕਰਨ ਦੀ, ਲੋੜ ਹੈ ਇਸ ਭਾਵਨਾ ਦੀ ਕਿ ਆਪਾਂ ਉਹਨਾਂ ਵਿਦਿਆਰਥੀਆਂ ਨੂੰ ਸਿਖਾ ਦਈਏ ਜਿਨ੍ਹਾਂ ਨੂੰ ਇਹ ਬੇਸਿਕ ਇੰਗਲਿਸ਼ ਵਰਡਸ ਵੀ ਨਹੀਂ ਆਉਂਦੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਸਾਥ ਦਿਓਗੇ। ਨੈਕਸਟ ਜਿਹੜੀ ਕਲਾਸ ਹੋਵੇਗੀ ਉਹਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਜੁਆਇਨ ਕਰਵਾਓਗੇ ਤੇ ਚੈਨਲ ਦਿਨੇਸ਼ ਐਜੂਕੇਸ਼ਨ ਐਂਡ ਸਪੋਰਟਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓਗੇ। ਲਾਸਟ ਤੇ ਇੱਕ ਜਿਹੜਾ ਟਾਸਕ ਸੀ ਉਹ ਮੈਂ ਦੱਸ ਰਿਹਾ, ਜਿਹੜੇ ਮੈਂ ਚਾਰਟ ਤੁਹਾਨੂੰ ਦਿਖਾਏ ਨੇ, ਤੁਸੀਂ ਸਕਰੀਨਸ਼ਾਟ ਲੈ ਲਏ ਹੋਣੇ। ਤੁਸੀਂ ਲੈਪਟਾਪ ਜਾਂ ਮੋਬਾਈਲ ਦੇ ਵਰਡ ਤੇ ਜਾ ਕੇ ਇਹ ਸਾਰੇ ਸ਼ਬਦ ਟਾਈਪ ਕਰਕੇ ਅਲੱਗ-ਅਲੱਗ ਰੰਗ ਦੇ ਕੇ ਸੋਹਣਾ ਤੋਂ ਸੋਹਣਾ ਬਣਾਉਣਾ ਹੈ। ਉਹ ਮੈਨੂੰ ਤੁਸੀਂ ਸੈਂਡ ਕਰਨੇ ਨੇ। ਜਿਸ ਦਾ ਵਧੀਆ ਹੋਇਆ ਉਸ ਦਾ ਨਾਮ ਵੀ ਆਪਾਂ ਅਨਾਉਂਸ ਕਰਾਂਗੇ। ਤੁਸੀਂ ਆਪਣੇ ਅਧਿਆਪਕਾਂ ਨੂੰ ਵੀ ਸੈਂਡ ਕਰਨੇ ਨੇ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਵੀ ਜਿਹੜੇ ਤੁਸੀਂ ਚਾਰਟ ਬਣਾਓਗੇ ਉਹ ਸੈਂਡ ਕਰਨੇ ਹਨ, ਆਪਣੇ ਛੋਟੇ ਭੈਣ ਭਰਾ ਨੂੰ ਸਿਖਾਉਣੇ ਵੀ ਹਨ। ਪਿਆਰੇ ਵਿਦਿਆਰਥੀਓ, ਚਾਹੇ ਇਹ ਬੇਸਿਕ ਇੰਗਲਿਸ਼ ਵਰਡਸ ਇੱਕ ਵਾਰ ਮਜ਼ਾਕ ਲੱਗਦੇ ਹੋਣ, ਪਰ ਪਿਆਰੇ ਵਿਦਿਆਰਥੀਓ ਜਦੋਂ ਇਹ ਬੇਸਿਕ ਇੰਗਲਿਸ਼ ਵਰਡਸ ਨਹੀਂ ਆਉਂਦੇ ਤਾਂ ਫਿਰ ਆਪਾਂ ਅੰਗਰੇਜ਼ੀ ਨੂੰ ਨਹੀਂ ਸਮਝ ਸਕਦੇ। ਜੇਕਰ ਸਾਨੂੰ ਵਟ, ਵੈਨ, ਵੇਅਰ, ਵਾਈ, ਹੂਜ਼ ਦਾ ਨਹੀਂ ਪਤਾ, ਆਪਾਂ ਕੁਐਸਚਨ ਪੇਪਰ ਤੋਂ ਕੁਐਸਚਨ ਕਿਵੇਂ ਸਮਝਾਂਗੇ? ਗੱਲ ਆਉਂਦੀ ਹੈ ਉਹਨਾਂ ਵਿਦਿਆਰਥੀਆਂ ਵਾਸਤੇ ਜਿਹੜੇ ਵਿਦਿਆਰਥੀ ਪੜ੍ਹਨਾ ਨਹੀਂ ਚਾਹੁੰਦੇ। ਜੇ ਉਹਨਾਂ ਨੂੰ ਤੁਸੀਂ ਬੜੇ ਪਿਆਰ ਨਾਲ ਸਮਝਾ ਦੋਗੇ, ਕਿਉਂਕਿ ਉਹ ਅਧਿਆਪਕ ਕੋਲ ਡਰਦੇ ਹੁੰਦੇ ਹਨ, ਪਰ ਸਾਥੀ ਜਿਹੜੇ ਹੈਗੇ ਉਹ ਸਿਖਾ ਸਕਦੇ ਹਨ, ਤੁਹਾਡੇ ਕੋਲੋਂ ਸਿੱਖ ਲੈਣਗੇ। ਤਾਂ ਉਹਨਾਂ ਨੂੰ ਇਹ ਦੱਸਣਾ ਹੈ ਕਿ ਭਾਈ ਆਉਣ ਵਾਲਾ ਸਮਾਂ ਇੰਗਲਿਸ਼ ਦਾ ਹੈ, ਆਉਣ ਵਾਲਾ ਸਮਾਂ ਕੰਪਿਊਟਰ ਦਾ ਹੈ। ਜੇਕਰ ਆਪਾਂ ਸਮੇਂ ਨਾਲ, ਸਮੇਂ ਦੇ ਹਾਣੀ ਬਣਦੇ ਹੋਏ ਇੰਗਲਿਸ਼ ਨੂੰ ਸਿੱਖ ਲਵਾਂਗੇ ਤਾਂ ਸਾਡਾ ਭਲਾ ਹੈ। ਇਹ ਨਹੀਂ ਹੈ ਕਿ ਨੌਕਰੀ ਮਿਲ ਜੇਗੀ, ਆਪਾਂ ਇਹ ਗੱਲ ਨਹੀਂ ਕਰ ਰਹੇ, ਪਰ ਸਮੇਂ ਦਾ ਹਾਣੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਆਪਾਂ ਵਾਪਸ ਬਲਦਾਂ ਵਾਲੀ ਦੁਨੀਆ ਦੇ ਵਿੱਚ ਵਾਪਸ ਨਹੀਂ ਜਾ ਸਕਦੇ, ਬਲਕਿ ਟਰੈਕਟਰ ਤੋਂ ਅੱਗੇ ਵਾਲੀ ਜਿਹੜੀ ਦੁਨੀਆ ਆਵੇਗੀ ਉਸ ਦੇ ਵਿੱਚ ਆਪਾਂ ਸ਼ਾਮਲ ਹੋਣਾ ਹੈ, ਅਪ ਟੂ ਡੇਟ ਹੋਣਾ ਹੈ। ਅੱਜ ਤੁਸੀਂ ਹਿਸਾਬ ਲਗਾ ਲਓ ਕਿ ਜਿਸ ਨੂੰ ਮੋਬਾਈਲ ਆਪਰੇਟ ਕਰਨਾ ਨਹੀਂ ਆਉਂਦਾ ਉਹ ਅਨਪੜ੍ਹਾਂ ਵਰਗਾ ਹੈ, ਉਹ ਦੂਜਿਆਂ ਦੀ ਮਿੰਨਤਾਂ ਕਰਦਾ ਹੈ, ਆ ਨੰਬਰ ਮਿਲਾ ਕੇ ਦੇ ਜੇ। ਤਾਂ ਪਿਆਰੇ ਵਿਦਿਆਰਥੀਓ, ਉਸੇ ਤਰ੍ਹਾਂ ਇਹ ਸਮਾਂ ਇੱਕ ਬਦਲਾਅ ਦਾ ਸਮਾਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਵੀ ਅੰਗਰੇਜ਼ੀ ਬੋਲਣ ਵਾਲੇ ਵਿਦਿਆਰਥੀ ਤੁਹਾਨੂੰ ਦਿਖਾਈ ਦੇਣਗੇ। ਇੱਕ ਗੱਲ ਹੋਰ ਹੈ ਕਿ ਜੇਕਰ ਅਸੀਂ ਵਿਦੇਸ਼ ਜਾਣਾ ਚਾਹੁੰਦੇ ਹਾਂ ਤਾਂ ਉਦੋਂ ਵੀ ਸਾਨੂੰ ਅੰਗਰੇਜ਼ੀ ਜਿਹੜੀ ਹੈਗੀ ਆ ਆਉਂਦੀ ਹੋਣੀ ਬਹੁਤ ਜ਼ਰੂਰੀ ਹੈ। ਇਹ ਤਾਂ ਬੇਸਿਕ ਇੰਗਲਿਸ਼ ਵਰਡਸ ਨੇ। ਇਹਨਾਂ ਦੀ ਸਮਾਪਤੀ ਤੋਂ ਬਾਅਦ ਆਪਾਂ ਚੇਂਜ ਆਫ ਵੌਇਸ, ਨਰੇਸ਼ਨ ਤੇ ਹੋਰ ਟੌਪਿਕ ਵੀ ਸਿੱਖਾਂਗੇ। ਉਹਨਾਂ ਨੂੰ ਆਪਾਂ ਜਿਹੜੇ ਹੋਰ ਲੈਸਨ ਜਿਹੜੇ ਸਿੱਖਾਂਗੇ ਉਹਨਾਂ ਨੂੰ ਆਪਾਂ ਕਲਾਸ ਵਾਈਜ਼ ਸਿਖਾਵਾਂਗੇ। ਪਰ ਜਿਹੜੇ ਅਜਿਹੇ ਸ਼ਬਦ ਜਿਹੜੇ ਇੰਗਲਿਸ਼ ਦੇ ਬੇਸਿਕ ਵਰਡਸ ਨੇ ਉਹ ਸਾਰੀਆਂ ਕਲਾਸਾਂ ਵਾਸਤੇ ਯੂਜ਼ ਹੁੰਦੇ ਨੇ ਤੇ ਉਹ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਸਮਾਂ ਕਾਫੀ ਹੋ ਗਿਆ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ।